हाँ जी, स्वागत है ਤੁਹਾਡਾ ईटीटी फस्ट ईयर ਦੇ ਇੰਗਲਿਸ਼ ਦੀ 3rd ਕਲਾਸ ਹੈ। ਇਸ ਤੋਂ ਪਹਿਲਾਂ ਆਪਣੀਆਂ 2 ਕਲਾਸਾਂ ਹੋ ਚੁੱਕੀਆਂ ਹਨ। ਜੇਕਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਜ਼ਰੂਰ ਦੇਖ ਲਿਓ। ਉਸ ਵਿੱਚ ਇੱਕ ਕਲਾਸ ਵਿੱਚ ਆਪਣੇ ਪ੍ਰੀਵੀਅਸ ਈਅਰ ਪੇਪਰ ਹੈ ਤੇ ਇੱਕ ਕਲਾਸ ਵਿੱਚ ਸਿਲੇਬਸ ਬਾਰੇ ਡਿਸਕਸ ਕੀਤਾ ਹੈ ਕਿ ਸਿਲੇਬਸ ਕੀ ਹੈ ਤੇ ਅੱਜ ਤੋਂ ਆਪਣੀ ਕਲਾਸਿਸ ਸ਼ੁਰੂ ਹੋ ਗਈਆਂ ਹਨ। ਹਾਂਜੀ, ਇਹ ਜੋ ਕਲਾਸਾਂ ਹਨ ਥੋੜ੍ਹੀਆਂ ਜਿਹੀਆਂ ਲੌਂਗ ਹੋ ਸਕਦੀਆਂ ਹਨ ਕਿਉਂਕਿ ਇਹਦੇ ਵਿੱਚ ਤੁਹਾਨੂੰ ਪੂਰਾ ਕਰਾਇਆ ਜਾਵੇਗਾ ਜੋ ਤੁਹਾਡੇ ਸੀਟੈਟ ਔਰ ਪੀਟੈਟ ਲਈ ਵੀ ਵਧੀਆ ਰਹੇਗਾ, ਮਹੱਤਵਪੂਰਨ ਰਹੇਗਾ ਜੀ, ਇੰਪੋਰਟੈਂਟ ਰਹੇਗਾ। ਅੱਜ ਦਾ ਜੋ ਆਪਣਾ ਪਹਿਲਾ ਲੈਸਨ ਹੈ ਵਾਟ ਇਜ਼ ਲੈਂਗੁਏਜ ਫਸਟ ਸੈਕਿੰਡ ਐਂਡ ਫੋਰੀਅਨ ਲੈਂਗੁਏਜ, ਇਸ ਵਿੱਚੋਂ ਆਪਾਂ ਕਰਨ ਜਾ ਰਹੇ ਹਾਂ। ਇੰਟਰੋਡਕਸ਼ਨ ਕਰਾਂਗੇ, ਮੀਨਿੰਗ ਆਫ ਲੈਂਗੁਏਜ ਅਤੇ ਨੇਚਰ ਆਫ ਲੈਂਗੁਏਜ। ਇਹ ਤਿੰਨ ਅੱਜ ਆਪਾਂ 3rd ਕਲਾਸ ਹੈ, ਵੈਸੇ 3rd ਕਲਾਸ ਵਿੱਚ ਕਵਰ ਕਰ ਲਾਂਗੇ। 3rd ਕਲਾਸ ਦਾ ਆਪਣਾ ਟੋਪਿਕ ਇਹੀ ਹੈ, ਇੰਟਰੋਡਕਸ਼ਨ ਮੀਨਿੰਗ ਆਫ ਲੈਂਗੁਏਜ ਐਂਡ ਨੇਚਰ ਆਫ ਲੈਂਗੁਏਜ। ਉਸ ਤੋਂ ਬਾਅਦ ਆਪਾਂ ਜੀ ਜਿਹੜੀ 4th ਕਲਾਸ ਉਸ ਵਿੱਚ ਇੰਪੋਰਟੈਂਸ ਆਫ ਲੈਂਗੁਏਜ, ਫਸਟ ਲੈਂਗੁਏਜ, ਸੈਕਿੰਡ ਲੈਂਗੁਏਜ, ਫੋਰੀਅਨ ਲੈਂਗੁਏਜ। ਹਾਂਜੀ, ਇਹ ਸਾਰਾ ਕੁਛ ਹੀ ਜੋ ਹੈ ਇਹ 3-3 ਮਾਰਕਸ ਵਿੱਚ ਕੁਐਸਚਨ ਆ ਸਕਦੇ ਨੇ। ਇਹਦੇ 'ਚ 3 ਮਾਰਕਸ ਦਾ ਇੱਕ ਪੱਕਾ ਹੀ ਆਵੇਗਾ, ਤੁਸੀਂ ਦੇਖ ਲਿਓ। ਜਾਂ ਕੁਛ ਵੀ ਆ ਸਕਦਾ, ਫਸਟ ਲੈਂਗੁਏਜ ਬਾਰੇ ਪੁੱਛ ਸਕਦੇ ਆ, ਸੈਕਿੰਡ ਲੈਂਗੁਏਜ, ਫੋਰੀਅਨ ਲੈਂਗੁਏਜ, ਨੇਚਰ ਆਫ ਲੈਂਗੁਏਜ ਪੁੱਛ ਸਕਦੇ ਆ, ਮੀਨਿੰਗ ਆਫ ਇੰਪੋਰਟੈਂਸ ਆਫ ਲੈਂਗੁਏਜ ਬਾਰੇ ਪੁੱਛ ਸਕਦੇ ਹਨ। ਹਾਂਜੀ, ਪਹਿਲੇ ਯੂਨਿਟ 'ਚ ਆਪਣੇ 4 ਲੈਸਨ ਹਨ। ਆਪਾਂ ਪਹਿਲਾਂ ਪਹਿਲੀ ਯੂਨਿਟ ਖ਼ਤਮ ਕਰਾਂਗੇ ਅਤੇ ਅੱਜ ਜੋ ਆਪਣਾ ਟੋਪਿਕ ਹੈ ਉਹ ਵੇਖ ਲਓ ਤੁਸੀਂ। ਵਾਟ ਇਜ਼ ਲੈਂਗੁਏਜ ਫਸਟ ਸੈਕਿੰਡ ਐਂਡ ਫੋਰੀਅਨ ਲੈਂਗੁਏਜ। ਇੰਟਰੋਡਕਸ਼ਨ ਕੀ ਹੈ? ਲੈਂਗੁਏਜ ਇਜ਼ ਏ ਮੀਨਸ ਆਫ ਕਮਿਊਨੀਕੇਸ਼ਨ ਥਰੂ ਫੀਲਿੰਗ, ਮੂਡਸ, ਆਈਡੀਆਜ਼, ਇਨਫੋਰਮੇਸ਼ਨ ਐਂਡ ਐਕਸਪੀਰੀਅੰਸ। ਕਹਿੰਦੇ ਲੈਂਗੁਏਜ ਜਿਹੜਾ ਹੈ ਮੀਨ ਆਫ ਕਮਿਊਨੀਕੇਸ਼ਨ ਹੈ, ਕਮਿਊਨੀਕੇਸ਼ਨ ਦਾ ਸਾਧਨ ਹੈ। ਥਰੂ ਫੀਲਿੰਗ ਦੇ ਰਾਹੀਂ, ਮੂਡ ਦੇ ਰਾਹੀਂ, ਆਈਡੀਆ ਰਾਹੀਂ, ਇਨਫੋਰਮੇਸ਼ਨ ਰਾਹੀਂ ਅਤੇ ਐਕਸਪੀਰੀਅੰਸ ਰਾਹੀਂ। ਇਟ ਇਜ਼ ਦਾ ਲੈਂਗੁਏਜ ਵਿਚ ਸਪਰੇਟਸ ਮੈਨ ਫਰੋਮ ਅਦਰ ਕ੍ਰੀਏਚਰ। ਕਹਿੰਦੇ ਇਹ ਲੈਂਗੁਏਜ ਹੀ ਹੈ ਜੋ ਕਿ ਅਲੱਗ ਕਰਦੀ ਹੈ, ਸਪਰੇਟਸ ਕਰਦੀ ਹੈ ਮੈਨ ਨੂੰ, ਬੰਦੇ ਨੂੰ, ਫਰੋਮ ਕਿੱਧਰੋਂ, ਅਦਰ ਕ੍ਰੀਏਚਰ ਤੋਂ, ਦੂਸਰੇ ਜੰਤੂਆਂ ਤੋਂ। ਹਿਊਮਨ ਬੀਇੰਗਸ ਕੈਨ ਵੀ ਕਮਿਊਨੀਕੇਟ ਵਿਦ ਈਚ ਅਦਰ, ਦੇ ਆਰ ਏਬਲ ਟੂ ਐਕਸਚੇਂਜ ਨੌਲੇਜ, ਬਲੀਫ, ਓਪੀਨੀਅਨ, ਵਿਸ਼ਿਸ, ਥ੍ਰੇਡਸ, ਕਮਾਂਡਸ, ਥੈਂਕਸ, ਪ੍ਰੋਮਿਸ, ਡਿਕਲੇਰੇਸ਼ਨ ਐਂਡ ਫੀਲਿੰਗ ਵਿਦ ਅਦਰਸ। ਹਾਂਜੀ, ਇਹਦੇ ਵਿੱਚ ਕੀ ਕਿਹਾ ਗਿਆ? ਦੇ ਆਰ ਏਬਲ ਟੂ ਐਕਸਚੇਂਜ ਨੌਲੇਜ, ਬਲੀਫ, ਜੋ ਉਹ ਯੋਗ ਹੈਗੇ ਹਨ ਐਕਸਚੇਂਜ ਕਰਨ ਲਈ, ਵੰਡਣ ਲਈ ਆਪਣੀ ਨੌਲੇਜ, ਬਲੀਫ, ਵਿਸ਼ਵਾਸ ਹੋ ਗਿਆ, ਓਪੀਨੀਅਨ ਮਤ, ਰਾਏ ਹੋ ਗਈ, ਵਿਸ਼ ਇੱਛਾ ਹੋ ਗਈ, ਕਮਾਂਡਸ ਹੋ ਗਏ, ਥੈਂਕਸ, ਪ੍ਰੋਮਿਸ, ਡਿਕਲੇਰੇਸ਼ਨ ਐਂਡ ਫੀਲਿੰਗ ਵਿਦ ਅਦਰਸ। ਉਸ ਤੋਂ ਬਾਅਦ ਅਗਲੀ ਲਾਣੀ, ਲੈਂਗੁਏਜ ਬ੍ਰਿੰਗ ਈਚ ਐਂਡ ਐਵਰੀ ਹਿਊਮਨ ਬੀਇੰਗ ਕਲੋਜ਼। ਲੈਂਗੁਏਜ ਬ੍ਰਿੰਗ ਈਚ ਐਂਡ ਐਵਰੀ ਹਿਊਮਨ ਬੀਇੰਗ ਕਲੋਜ਼ ਟੂ ਈਚ ਅਦਰ। ਲੈਂਗੁਏਜ ਨੇ ਹਰ ਬੰਦੇ ਨੂੰ ਇੱਕ ਦੂਜੇ ਦੇ ਨੇੜੇ ਲੈ ਆਂਦਾ। ਇਟ ਇਨਕਲੂਡਸ ਆਲ ਵਰਬਲ ਐਂਡ ਨੋਨ ਵਰਬਲ ਐਕਸ਼ਨ ਆਫ ਹਿਊਮਨ ਬੀਇੰਗਸ। ਇਹਨੇ ਜੀ ਵਰਬਲ ਔਰ ਬੋਲਣ ਵਾਲੇ ਔਰ ਨੋਨ ਵਰਬਲ ਜਿਹੜੇ ਨਾ ਬੋਲ ਕੇ ਕੋਈ ਸਮਝਾਉਣ ਵਾਲੇ ਐਕਸ਼ਨ ਹੈ ਉਹਨੂੰ ਵੀ ਡੈਟ ਆਰ ਰਿਲੇਟਡ ਟੂ ਕਮਿਊਨੀਕੇਸ਼ਨ, ਜੋ ਕਮਿਊਨੀਕੇਸ਼ਨ ਨਾਲ ਰਿਲੇਟਡ ਹੁੰਦੇ ਹਨ, ਇਹਦੇ ਵਿੱਚ ਲੈਂਗੁਏਜ ਵਿੱਚ ਸ਼ਾਮਿਲ ਹੁੰਦੇ ਹਨ। ਬੋਲਣ ਵਾਲੇ ਵੀ ਹੋ ਸਕਦੇ ਹਨ ਅਤੇ ਜਿਹੜੇ ਇਸ਼ਾਰਿਆਂ ਰਾਹੀਂ ਹੁੰਦੇ ਉਹ ਵਾਲੇ ਵੀ। ਲੈਂਗੁਏਜ ਇਜ਼ ਕਮਿਊਨੀਕੇਟਡ ਥਰੂ ਵੈਰੀਅਸ ਸਿੰਬਲਸ ਐਂਡ ਸਾਈਨਸ। ਲੈਂਗੁਏਜ ਜੋ ਕਮਿਊਨੀਕੇਟ ਕਰਦੀ ਹੈ ਇਹ ਕੀ ਕਰਦੀ ਹੈ? ਥਰੂ ਵੈਰੀਅਸ ਸਿੰਬਲਸ ਐਂਡ ਵੈਰੀਅਸ ਸਿੰਬਲਸ ਐਂਡ ਸਾਈਨਸ ਦੁਆਰਾ। ਦ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਡਿਫਾਈਨਸ ਲੈਂਗੁਏਜ ਐਜ਼ ਵਰਡਸ ਐਂਡ ਦ ਮੈਥਡ ਆਫ ਕੰਬਾਈਨਿੰਗ ਦੈਮ ਫੋਰ ਐਕਸਪ੍ਰੈਸ਼ਨ ਆਫ ਥਾਟ। ਆਪਣੇ ਵਿਚਾਰ ਨੂੰ ਪ੍ਰਗਟ ਕਰਨ ਲਈ ਜੋ ਵਰਡਸ ਹੋ ਗਏ ਅਤੇ ਮੈਥਡ ਹੋ ਗਿਆ ਉਹਨਾਂ ਨੂੰ ਕੰਬਾਈਨਿੰਗ ਕਰਕੇ ਐਕਸਪ੍ਰੈਸ ਕਰਨ ਦਾ, ਉਹਨੂੰ ਇਹਨਾਂ ਨੇ ਲੈਂਗੁਏਜ ਦਾ ਨਾਂ ਦਿੱਤਾ। ਕਿਸ ਨੇ? ਇੰਗਲਿਸ਼ ਡਿਕਸ਼ਨਰੀ ਨੇ ਡਿਫਾਈਨ ਕੀਤਾ, ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਨੇ। In the words of Edward Spear, language is a purely human and non-instinctive method of communicating ideas, emotions and desires by means of a system of voluntary reduced symbols। ਇਹ ਤੁਸੀਂ ਭਾਵੇਂ ਰਹਿਣ ਦਿਓ ਪਰਿਭਾਸ਼ਾ ਹੈ, ਵੈਸੇ ਤੁਹਾਨੂੰ ਦੱਸ ਦਿੰਦਾ ਮੈਂ 2 ਪਰਿਭਾਸ਼ਾ ਤੁਸੀਂ ਡੈਫੀਨੇਸ਼ਨ 2 ਜੋ ਹੈ ਉਹ ਇੱਕ ਇੰਗਲਿਸ਼ ਡਿਕਸ਼ਨਰੀ ਦੀ ਇੱਕ ਹੋਰ ਥੱਲੋਂ ਕੋਈ ਚੱਕ ਲਿਓ, ਜਿਵੇਂ ਆ ਹੈਗੀ ਹੈ ਜੀ। ਅਕੋਰਡਿੰਗ ਟੂ ਸਵੰਸੇ ਦਾ ਲੈਂਗੁਏਜ ਇਜ਼ ਅ ਸਿਸਟਮ ਆਫ ਸਾਈਨ। ਜੋ ਲੈਂਗੁਏਜ ਦਾ ਸਿਸਟਮ ਹੈ ਕਾਹਦਾ? ਸਾਈਨ ਦਾ। It is not possible to think of a society as a group of human beings without a language। ਕਹਿੰਦੇ ਇਹ ਸੋਚਣਾ ਪੋਸੀਬਲ ਨਹੀਂ ਹੈ ਕਿ ਕੋਈ ਸਮਾਜ ਹੋ ਸਕਦਾ ਹੈ ਲੈਂਗੁਏਜ ਤੋਂ ਬਿਨਾਂ, ਜਾਂ ਬੰਦੇ ਹੋ ਸਕਦੇ ਹਨ। ਲੈਂਗੁਏਜ ਇਜ਼ ਅ ਕਲਚਰ ਇਟਸੈਲਫ। ਲੈਂਗੁਏਜ ਆਪਣੇ ਆਪ ਵਿੱਚ ਇੱਕ ਕਲਚਰ ਹੈ। ਇਟ ਇਜ਼ ਦਾ ਬੇਸਿਸ ਆਫ ਆਲ ਹਿਊਮਨ ਐਕਟੀਵਿਟੀਜ਼। ਇਹ ਜਿਹੜਾ ਬੇਸ ਹੈ ਜੋ ਵੀ ਹਿਊਮਨ ਦੀ ਐਕਟੀਵਿਟੀਜ਼ ਹੁੰਦੀਆਂ ਉਹਨਾਂ ਦਾ। ਫਿਰ ਆਪਾਂ ਕਰਦੇ ਹਾਂ ਅੱਜ ਮੀਨਿੰਗ ਆਫ ਲੈਂਗੁਏਜ। ਮੀਨਿੰਗ ਕਿ ਲੈਂਗੁਏਜ ਦਾ ਪਹਿਲਾਂ ਆਪਾਂ ਇੰਟਰੋਡਕਸ਼ਨ ਕਰ ਲਈ। ਇੰਟਰੋਡਕਸ਼ਨ ਇੱਕ ਵਾਰੀ ਫਿਰ ਦੇਖ ਲਓ ਉਹਨਾਂ ਨੇ ਕੀ ਕਿਹਾ ਇੰਟਰੋਡਕਸ਼ਨ ਵਿੱਚ। ਇਹ ਲੈਂਗੁਏਜ ਜੋ ਹੈ ਇਜ਼ ਅ ਮੀਨਸ ਆਫ ਕਮਿਊਨੀਕੇਸ਼ਨ ਥਰੂ ਫੀਲਿੰਗ, ਮੂਡ, ਆਈਡੀਆ, ਇਨਫੋਰਮੇਸ਼ਨ ਐਂਡ ਐਕਸਪੀਰੀਅੰਸ। ਲੈਂਗੁਏਜ ਜੋ ਹੈ
ਕਮਿਊਨੀਕੇਸ਼ਨ ਕਰਨ ਦਾ ਇੱਕ ਸਾਧਨ ਹੈ। ਫੀਲਿੰਗ ਦੇ ਰਾਹੀਂ, ਮੋਡਸ ਦੇ ਰਾਹੀਂ, ਆਈਡੀਆ ਰਾਹੀਂ, ਇਨਫੋਰਮੇਸ਼ਨ ਰਾਹੀਂ, ਐਕਸਪੀਰੀਅੰਸ ਰਾਹੀਂ। ਇਟ ਇਜ਼ ਦਾ ਲੈਂਗੁਏਜ ਵਿਚ ਸਪਰੇਟਸ ਮੈਨ ਫਰੋਮ ਅਦਰ ਕ੍ਰੀਏਚਰ। ਜੋ ਲੈਂਗੁਏਜ ਹੈ ਇਹੀ ਬੰਦੇ ਨੂੰ ਦੂਜੇ ਜੰਤੂਆਂ ਤੋਂ ਅਲੱਗ ਕਰਦੀ ਹੈ। ਹਿਊਮਨ ਬੀਇੰਗਸ ਕੈਨ ਕਮਿਊਨੀਕੇਟਡ ਵਿਦ ਈਚ ਅਦਰ। ਹਿਊਮਨ ਜੋ ਬੰਦੇ ਹਨ, ਮਨੁੱਖ ਹੈ, ਉਹ ਇੱਕ ਦੂਜੇ ਨਾਲ ਕਮਿਊਨੀਕੇਟ ਕਰ ਸਕਦੇ ਹਨ ਕਿਸੇ ਨਾਲ ਵੀ। ਦੇ ਆਰ ਏਬਲ ਟੂ ਐਕਸਚੇਂਜ ਨੌਲੇਜ, ਬਲੀਫ, ਓਪੀਨੀਅਨ, ਵਿਸ਼ਿਸ, ਥ੍ਰੈਡਸ, ਕਮਾਂਡਸ, ਜੋ ਵੀ ਪ੍ਰੋਮਿਸ ਹੋ ਗਏ, ਬਲੀਫ ਹੋ ਗਏ, ਉਹਨਾਂ ਨੂੰ ਹੀ ਇੱਕ ਦੂਜੇ ਨਾਲ ਐਕਸਚੇਂਜ ਕਰ ਸਕਦੇ ਹਨ। ਲੈਂਗੁਏਜ ਬ੍ਰਿੰਗਸ ਈਚ ਐਂਡ ਐਵਰੀ ਹਿਊਮਨ ਬੀਇੰਗ ਕਲੋਜ਼ ਟੂ ਈਚ ਅਦਰ। ਲੈਂਗੁਏਜ ਨੇ ਇੱਕ ਦੂਜੇ ਨੂੰ, ਹਰੇਕ ਮਨੁੱਖ ਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ ਹੈ। ਇਟ ਇਨਕਲੂਡਸ ਆਲ ਵਰਬਲ ਐਂਡ ਨੋਨ ਵਰਬਲ ਐਕਸ਼ਨ ਆਫ ਹਿਊਮਨ ਬੀਇੰਗਸ। ਇਹਦੇ ਵਿੱਚ ਹੀ ਡੈਟ ਆਰ ਰਿਲੇਟਡ ਟੂ ਕਮਿਊਨੀਕੇਸ਼ਨ, ਜੋ ਕਮਿਊਨੀਕੇਸ਼ਨ ਨਾਲ ਰਿਲੇਟਡ ਨੋਨ ਵਰਬਲ ਅਤੇ ਵਰਬਲ ਹੁੰਦੇ ਬੋਲਣ ਵਾਲੇ, ਨੋਨ ਵਰਬਲ ਨਾ ਬੋਲਣ ਵਾਲੇ ਐਕਸ਼ਨ ਜੋ ਹੈ ਉਹਨਾਂ ਨੂੰ ਵੀ ਇਸ ਵਿੱਚ ਸ਼ਾਮਲ ਇਨਕਲੂਡ ਹੈ ਇਸ ਵਿੱਚ ਲੈਂਗੁਏਜ ਵਿੱਚ। ਲੈਂਗੁਏਜ ਇਜ਼ ਕਮਿਊਨੀਕੇਟਡ ਥਰੂ ਵੈਰੀਅਸ ਸਿੰਬਲਸ ਐਂਡ ਸਾਈਨ। ਲੈਂਗੁਏਜ ਜੋ ਕਮਿਊਨੀਕੇਟਡ ਕਰਦੀ ਹੈ, ਇੱਕ ਦੂਜੇ ਨੂੰ ਕਮਿਊਨੀਕੇਸ਼ਨ ਕਰਦੀ ਕਿਹਦੇ ਨਾਲ, ਵੈਰੀਅਸ ਸਿੰਬਲ ਅਤੇ ਸਾਈਨ ਦੇ ਨਾਲ। ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਨੇ ਜਿਹੜੀ ਡਿਫਾਈਨ ਕੀਤਾ ਜੀ, ਵਰਡਸ ਐਂਡ ਦਾ ਮੈਥਡ ਆਫ ਕੰਬੇਨਿੰਗ ਦੈਮ ਫੋਰ ਐਕਸਪ੍ਰੈਸ਼ਨ ਆਫ ਥੋਟ। ਇਹ ਇਹਨਾਂ ਨੇ ਪਰਿਭਾਸ਼ਾ ਦਿੱਤੀ, ਡੈਫੀਨੇਸ਼ਨ। ਅਤੇ ਇੱਕ ਆਪਾਂ ਕੀਤੀ ਆ ਅਕੋਰਡਿੰਗ ਟੂ ਸਵੈਂਸੇ ਦਾ ਲੈਂਗੁਏਜ ਇਜ਼ ਏ ਸਿਸਟਮ ਆਫ ਸਾਇੰਸ। ਜੋ ਲੈਂਗੁਏਜ ਹੈ ਸਿਸਟਮ ਆਫ ਸਾਇੰਸ ਦਾ। ਉਸ ਤੋਂ ਬਾਅਦ ਨੇ ਕਿ ਇਟ ਇਜ਼ ਨੋਟ ਪੋਸੀਬਲ ਟੂ ਥਿੰਕ ਆਫ ਏ ਸੁਸਾਇਟੀ ਐਜ਼ ਏ ਗਰੁੱਪ ਆਫ ਹਿਊਮਨ ਬੀਇੰਗਸ ਵਿਦਆਊਟ ਏ ਲੈਂਗੁਏਜ। ਲੈਂਗੁਏਜ ਦੇ ਬਿਨਾਂ ਜੋ ਹੈ ਹਿਊਮਨ ਬੀਇੰਗਸ ਬਾਰੇ ਸੋਚਣਾ ਵੀ ਮੁਸ਼ਕਿਲ ਹੈ। ਲੈਂਗੁਏਜ ਇਜ਼ ਏ ਕਲਚਰ ਇਟਸੈਲਫ। ਲੈਂਗੁਏਜ ਜੋ ਕਲਚਰ ਹੈ ਆਪਣੇ ਆਪ 'ਚ। ਇਟ ਇਜ਼ ਦਾ ਬੇਸਿਸ ਆਫ ਆਲ ਹਿਊਮਨ ਐਕਟੀਵਿਟੀਜ਼। ਇਹ ਆਲ ਹਿਊਮਨ ਐਕਟੀਵਿਟੀਜ਼ ਦਾ ਇਹ ਬੇਸ ਹੈ ਜੀ। ਮੀਨਿੰਗ ਆਫ ਲੈਂਗੁਏਜ ਹੁਣ ਆਪਾਂ ਕਰਨ ਜਾ ਰਹੇ ਹਾਂ। ਦ ਵਰਡ ਲੈਂਗੁਏਜ ਇਜ਼ ਹੈਜ਼ ਬੀਨ ਡਿਵੈਲਪਡ ਫਰੋਮ ਦਾ ਲੈਟਿਨ ਵਰਡ ਲਿੰਗੂਆ। ਜੋ ਇਹ ਲੈਤਿਨ ਭਾਸ਼ਾ ਦੇ ਸ਼ਬਦ ਲਿੰਗੂਆ ਤੋਂ ਲਿਆ ਹੈ। ਵਿਚ ਇੰਪਲਾਈਜ਼ ਟੰਗ, ਜੋ ਕਿ ਟੰਗ ਜੋ ਆਪਣੀ ਜੀਭ ਹੈ ਇਸ ਦੇ ਲਈ ਵਰਤਿਆ ਜਾਂਦਾ ਹੈ। ਸੋ ਦ ਡਿਵਰਟਡ ਮੀਨਿੰਗ ਆਫ ਲੈਂਗੁਏਜ ਇਜ਼ ਵਾਟ ਇਜ਼ ਐਟਰਡ ਵਿਦ ਦਾ ਹੈਲਪ ਆਫ ਟੰਗ ਔਰ ਮਾਊਥ। ਜੋ ਵੀ ਆਪਣੇ ਟੰਗ ਔਰ ਮੂੰਹ ਨਾਲ ਜੋ ਹੈਲਪ ਨਾਲ ਬੋਲਿਆ ਜਾਂਦਾ ਉਸ ਨੂੰ ਕੀ ਲੈਂਗੁਏਜ ਦਾ ਨਾਂ ਦਿੱਤਾ ਇਹਨਾਂ ਨੇ। ਬਟ ਲੈਂਗੁਏਜ ਇਜ਼ ਏ ਸਿੰਪਲ ਸਟਰੀਮ ਆਫ ਸਾਊਂਡ। ਇਹ ਜੀ ਸਿੰਪਲ ਸਟਰੀਮ ਹੈ ਕਾਹਦਾ, ਸਾਊਂਡ ਦਾ। ਡੈਟ ਫੋਲੋਸ ਫਰੋਮ ਦਾ ਮਾਊਥ ਆਫ ਦਾ ਸਪੀਕਰ। ਜੋ ਸਪੀਕਰ ਦੇ ਮਾਊਥ ਨੂੰ ਫੋਲੋ ਕਰਦਾ ਹੈ। ਸਪੀਕਰ ਦੇ ਰਾਹੀਂ ਜੋ ਵੀ ਕੁਛ ਬੋਲਿਆ ਜਾਂਦਾ ਉਹੀ ਲੈਂਗੁਏਜ ਹੈ ਕਹਿੰਦੇ। ਸਮ ਡੈਫੀਨੇਸ਼ਨ ਆਪਾਂ ਜੋ ਕਰ ਰਹੇ ਹਾਂ, ਇੱਕ ਤਾਂ ਆਕਸਫੋਰਡ ਦੀ ਕਰ ਲੈਂਦੇ ਜੀ। ਆਕਸਫੋਰਡ ਐਡਵਾਂਸ ਲਰਨਰ ਡਿਕਸ਼ਨਰੀ ਨੇ ਕੀ ਕਿਹਾ, ਦ ਯੂਜ਼ ਆਫ ਏ ਸਿਸਟਮ ਆਫ ਸਾਊਂਡਸ ਐਂਡ ਵਰਡਸ। ਵਰਡਸ ਅਤੇ ਜੋ ਸਾਊਂਡ ਹੈ ਉਹਨਾਂ ਦਾ ਯੂਜ਼ ਦੇ ਸਿਸਟਮ ਨੂੰ ਆਫ ਹਿਊਮਨ ਟੂ ਕਮਿਊਨੀਕੇਟ ਕਰਨ ਲਈ ਜੋ ਯੂਜ਼ ਹੈ ਉਸ ਨੂੰ ਲੈਂਗੁਏਜ ਦਾ ਨਾਂ ਦਿੱਤਾ। ਦ ਯੂਜ਼ ਆਫ ਏ ਸਿਸਟਮ ਆਫ ਸਾਊਂਡਸ ਐਂਡ ਵਰਡਸ ਆਫ ਹਿਊਮਨਸ ਟੂ ਕਮਿਊਨੀਕੇਟ। ਅਤੇ ਇੱਕ ਆਪਣੀ ਜੋ ਨੀਚੇ ਐਗਜ਼ਾਮਪਲ ਕਰ ਰਹੇ ਐਲਨ ਦੀ। ਲੈਂਗੁਏਜ ਇਜ਼ ਏ ਮੀਨਸ ਆਫ ਕਮਿਊਨੀਕੇਟਡ ਥੋਟ। ਲੈਂਗੁਏਜ ਜੋ ਮੀਨ ਹੈ, ਇੱਕ ਸਾਧਨ ਹੈ ਕਮਿਊਨੀਕੇਟ ਕਰਨ ਦਾ, ਆਪਣੇ ਜੋ ਥੋਟ ਹੈ, ਵਿਚਾਰ, ਉਹਨਾਂ ਨੂੰ ਇੱਕ ਦੂਜੇ ਦੇ ਨਾਲ ਸਾਂਝਾ ਕਰਨ ਦਾ। ਇਸ ਤੋਂ ਇਲਾਵਾ ਤੁਸੀਂ ਆ ਜੌਨਸਨ ਵਾਲੀ ਕਰਨੀ ਇਹ ਵੀ ਕਰ ਸਕਦੇ ਹੋ। ਦੋ ਕੁ ਡੈਫੀਨੇਸ਼ਨਾਂ ਕਰ ਲਿਆ ਕਰੋ, ਬਹੁਤ ਆ। ਕੋਈ ਕੁਐਸਚਨ 3 ਨੰਬਰ ਵਾਲਾ ਆ ਤਾਂ ਉਹਦੇ 'ਚ ਆਪਾਂ 2 ਕੁ ਡੈਫੀਨੇਸ਼ਨ ਲਿਖ ਸਕਦੇ ਹਾਂ। ਜੌਨ ਡਿਫਾਈਨਸ ਲੈਂਗੁਏਜ ਇਜ਼ ਦਾ ਡਰੈਸ ਆਫ ਥੋਟ। ਇਹ ਡਰੈਸ ਹੈ ਕਾਹਦੀ, ਥੋਟ ਦੀ, ਵਿਚਾਰਾਂ ਦੀ ਡਰੈਸ ਹੈ ਲੈਂਗੁਏਜ। ਫਰੋਮ ਦਾ ਅਬਵ ਡੈਫੀਨੇਸ਼ਨ ਵੀ ਕੈਨ ਕਨਕਲੂਡ ਡੈਟ ਲੈਂਗੁਏਜ ਇਜ਼ ਏ ਸਿਸਟਮ ਇਨ ਵਿਚ ਵੋਕਲ ਸਿੰਬਲਸ ਆਰ ਕੰਬਾਈਨਡ ਫੋਰ ਦਾ ਐਕਸਪ੍ਰੈਸ਼ਨ ਆਫ ਥੋਟ। ਜੋ ਵੋਕਲ ਸਿੰਬਲਸ ਹਨ ਬੋਲਣ ਵਾਲੇ, ਅਤੇ ਇਹ ਐਕਸਪ੍ਰੈਸ ਕਰਦੇ ਥੋਟਸ ਐਂਡ ਆਈਡੀਆਸ ਐਂਡ ਫੀਲਿੰਗ ਨੂੰ। ਠੀਕ ਹੈ ਜੀ। ਇਟ ਇਜ਼ ਰਿਲੇਟਡ ਟੂ ਸੁਸਾਇਟੀ, ਪੀਪਲ ਆਫ ਸੁਸਾਇਟੀ, ਦਾ ਕਲਚਰ ਟੂ ਵਿਚ ਦੇ ਬਿਲੋਂਗ। ਇਹ ਰਿਲੇਟਡ ਉਹ ਕਾਹਦੇ ਨਾਲ ਕਰਦੇ ਆ, ਸੁਸਾਇਟੀ ਨਾਲ, ਪੀਪਲ ਆਫ ਸੁਸਾਇਟੀ, ਲੋਕਾਂ ਦੀ ਸੁਸਾਇਟੀ ਨਾਲ, ਦਾ ਕਲਚਰ ਟੂ ਵਿਚ ਦੇ ਬਿਲੋਂਗ, ਅਤੇ ਜਿਹੜੇ ਕਲਚਰ ਵਿੱਚ ਉਹ ਰਹਿੰਦੇ ਉਹਦੇ ਨਾਲ ਇਹ ਕਰਦੇ ਆ ਜੀ ਬਿਲੋਂਗ। ਹਾਂਜੀ, ਇਹ ਆਪਾਂ ਮੀਨਿੰਗ ਆਫ ਕੀਤਾ ਲੈਂਗੁਏਜ ਦਾ। ਮੀਨਿੰਗ ਕੀ ਸੀ, ਆਪਾਂ ਇਹਨਾਂ ਨੇ ਜਿਹੜਾ ਲੈਟਿਨ ਭਾਸ਼ਾ ਤੋਂ ਸ਼ਬਦ ਲਿਆ ਸੀ ਲਿੰਗੂਆ, ਲਿੰਗੂਆ ਵਿੱਚ ਫਿਰ ਕਾਹਦੇ ਲਈ ਵਰਤਿਆ ਗਿਆ ਸੀ, ਟੰਗ ਲਈ। ਅਤੇ ਜੋ ਫਿਰ ਇਹਨਾਂ ਨੇ ਕਿਹਾ ਸੀ ਟੰਗ ਅਤੇ ਮਾਊਥ ਦੀ ਮਦਦ ਨਾਲ, ਹੈਲਪ ਨਾਲ, ਜੋ ਵੀ ਬਾਹਰ ਚੀਜ਼ ਮਤਲਬ ਮੀਨਿੰਗ ਕਹਿੰਦੇ ਉਹਨੂੰ ਲੈਂਗੁਏਜ ਦਾ, ਜੋ ਵੀ ਆਪਾਂ ਬੋਲਦੇ ਹਾਂ। ਬਟ ਲੈਂਗੁਏਜ ਕਹਿੰਦੇ ਇਜ਼ ਏ ਸਿੰਪਲ ਸਟਰੀਮ ਆਫ ਸਾਊਂਡ ਡੈਟ ਫੋਲੋ ਫਰੋਮ ਦਾ ਮਾਊਥ ਆਫ ਦਾ ਸਪੀਕਰ। ਉਸ ਤੋਂ ਸਮ ਡੈਫੀਨੇਸ਼ਨ ਕੀਤੀਆਂ ਸੀ ਆਪਾਂ, ਇੱਕ ਆਕਸਫੋਰਡ ਦੀ ਕੀਤੀ ਹੈ, ਯੂਜ਼ ਆਫ ਏ ਸਿਸਟਮ ਆਫ ਸਾਊਂਡਸ ਐਂਡ ਵਰਡਸ ਆਫ ਹਿਊਮਨ ਟੂ ਕਮਿਊਨੀਕੇਟ। ਅਤੇ ਇੱਕ ਆਪਾਂ ਕੀਤੀ ਹੈ ਜੀ ਐਲਨ ਦੀ, ਲੈਂਗੁਏਜ ਇਜ਼ ਏ ਮੀਨਸ ਆਫ ਕਮਿਊਨੀਕੇਟਡ ਥੋਟਸ। ਹੁਣ ਆਪਾਂ ਕਰ ਰਹੇ ਹਾਂ ਨੇਚਰ ਆਫ ਲੈਂਗੁਏਜ। ਇਹ 3 ਮਾਰਕਸ ਵਿੱਚ ਆ ਸਕਦਾ ਜੀ, ਨੇਚਰ ਆਫ ਲੈਂਗੁਏਜ, ਇਹ ਇੰਪੋਰਟੈਂਟ ਹੈ। ਤੁਹਾਨੂੰ ਮੈਂ ਦੱਸਿਆ ਸੀ ਜੋ ਪੁਆਇੰਟ ਹੁੰਦੇ ਹਨ ਜੋ ਇਹਨਾਂ ਦੇ, ਇਹ ਤੁਸੀਂ ਵਧੀਆ ਕਰਿਆ ਕਰੋ। ਜਿਵੇਂ ਆ ਲੈਂਗੁਏਜ ਇਜ਼ ਏ ਲਰਨਡ, ਇਹ ਯਾਦ ਕਰਕੇ ਚਲੇ ਜਾਓਗੇ ਤਾਂ ਅੰਦਰ ਥੋੜ੍ਹਾ ਬਹੁਤ ਆਪਣੇ ਵੱਲੋਂ ਵੀ ਲਿਖ ਸਕਦੇ ਹੋ ਆਪਣੀ ਭਾਸ਼ਾ ਵਿੱਚ।
ਬਾਅਦ ਵਿੱਚ ਜੋ ਮੈਂ ਤੁਹਾਨੂੰ ਨੋਟ ਵੀ ਕਰਾਵਾਂਗਾ ਉਹ ਵੀ ਆਸਾਨ ਈਜ਼ੀ ਭਾਸ਼ਾ ਈਜ਼ੀ ਵੇ 'ਚ ਲਿਖੇ ਹੋਏ ਹਨ। ਨੇਚਰ ਆਫ ਲੈਂਗੁਏਜ ਹੀ ਬਾਈ ਨੇਚਰ ਵੀ ਮੀਨ ਆਲ ਦਾ ਗੁੱਡ ਔਰ ਬੈਡ ਪੁਆਇੰਟਸ ਆਫ ਏ ਥਿੰਗ ਔਰ ਪਰਸਨ। ਮਤਲਬ ਕਹਿੰਦੇ ਬਾਈ ਨੇਚਰ ਸਾਡਾ ਮਤਲਬ ਕੀ ਹੈ, ਵੀ ਮੀਨ ਆਲ ਦਾ ਗੁੱਡ ਜੋ ਵੀ ਹੁੰਦੇ ਚੰਗੀਆਂ ਗੱਲਾਂ ਔਰ ਬੈਡ ਪੁਆਇੰਟਸ ਜੋ ਵੀ ਹੁੰਦੇ ਬੈਡ ਪੁਆਇੰਟ ਆ ਆਫ ਏ ਥਿੰਗ ਕਿਸੇ ਵੀ ਥਿੰਗ ਬਾਰੇ ਜਾਂ ਪਰਸਨ ਬਾਰੇ ਉਹਨੂੰ ਆਪਾਂ ਨੇਚਰ ਕਹਿ ਦਿੰਦੇ ਹਾਂ, ਉਹ ਚੀਜ਼ ਦਾ ਸੁਭਾਅ ਕਹਿ ਦਿੰਦੇ ਹਾਂ। ਇਹਦੇ 'ਚ ਆਪਾਂ ਹੀ ਦੋਵੇਂ ਚੀਜ਼ਾਂ ਕਾਊਂਟ ਕਰਦੇ ਹਾਂ, ਬੁਰੀਆਂ ਵੀ ਅਤੇ ਚੰਗੀਆਂ ਵੀ। 10 ਨੇਚਰ ਆਫ ਲੈਂਗੁਏਜ ਮੀਨਸ ਇਟਸ ਕਰੈਕਟਰਸ ਵਿਚ ਮੇ ਬੀ ਗੁੱਡ ਔਰ ਬੈਡ। ਜੋ ਇਸ ਲਈ ਕਹਿੰਦੇ ਨੇਚਰ ਜੋ ਹੈ ਇਹਨੂੰ ਕਰੈਕਟਰਸ ਵੀ ਕਿਹਾ ਜਾਂਦਾ ਹੈ, ਜੋ ਚੰਗੇ ਵੀ ਹੋ ਸਕਦੇ ਅਤੇ ਮਾੜੇ ਵੀ ਹੋ ਸਕਦੇ ਹਨ। ਲੈਟ ਅਸ ਨਾਓ ਡਿਸਕਸ ਦਾ ਨੇਚਰ ਆਫ ਲੈਂਗੁਏਜ ਇਟਸ ਮੇਨ ਕਰੈਕਟਰਸ। ਫਸਟ ਪੁਆਇੰਟ ਜੋ ਹੈ ਲੈਂਗੁਏਜ ਇਜ਼ ਲਰਨਡ। ਲੈਂਗੁਏਜ ਇਜ਼ ਲਰਨਡ ਮਤਲਬ ਲੈਂਗੁਏਜ ਸਿੱਖੀ ਜਾਂਦੀ ਹੈ। ਲਰਨਿੰਗ ਆਫ ਏ ਲੈਂਗੁਏਜ ਇਜ਼ ਨੋਟ ਐਨ ਆਟੋਮੈਟਿਕ ਪ੍ਰੋਸੈਸ। ਕਹਿੰਦੇ ਜੀ ਲਰਨਿੰਗ ਆਫ ਏ ਲੈਂਗੁਏਜ ਇਜ਼ ਨੋਟ ਐਨ ਆਟੋਮੈਟਿਕ ਪ੍ਰੋਸੈਸ। ਆਟੋਮੈਟਿਕ ਪ੍ਰੋਸੈਸ ਨਹੀਂ ਹੈ ਕਿ ਤੁਹਾਨੂੰ ਆਪਣੇ ਆਪ ਹੀ ਆ ਜਾਵੇਗੀ। ਇਟ ਇਜ਼ ਬਿਹੇਵੀਅਰ, ਇਹ ਇੱਕ ਵਿਵਹਾਰ ਹੈ। ਬਟ ਡੈਟ ਬਿਹੇਵੀਅਰ ਇਜ਼ ਅਕਵਾਇਰਡ ਬਾਈ ਮੇਕਿੰਗ ਐਫਰਟਸ। ਬਟ ਇਹ ਜਿਹੜਾ ਵਿਵਹਾਰ ਹੈ ਕਾਹਦੇ ਨਾਲ ਆਉਂਦਾ ਵਿਵਹਾਰ, ਜਦੋਂ ਆਪਾਂ ਐਫਰਟ ਕਰਦੇ ਹਾਂ ਇਸ ਨੂੰ ਸਿੱਖਣ ਲਈ। ਇਟ ਇਜ਼ ਨੋਟ ਦਾ ਟਾਈਪ ਆਫ ਬਿਹੇਵੀਅਰ ਲਾਈਕ ਵਾਕਿੰਗ ਟਰੈਵਲਿੰਗ ETC। ਕਹਿੰਦੇ ਉਹਨਾਂ ਵਰਗਾ ਵਿਵਹਾਰ ਜਾਂ ਬਿਹੇਵੀਅਰ ਨਹੀਂ ਹੈ ਜਿਵੇਂ ਤੁਰਨਾ ਵਾਕਿੰਗ ਔਰ ਟਰੈਵਲਿੰਗ ਜਿਵੇਂ ਰਿੰਗਣਾ ਜਾਂ ਰਿੜਨਾ। ਵਿਚ ਕਮਸ ਟੂ ਚਾਈਲਡ ਇਨ ਨੈਚੁਰਲ ਵੇ, ਜੋ ਕਿ ਬੱਚਿਆਂ ਵਿੱਚ ਨੈਚੁਰਲੀ ਕੁਦਰਤੀ ਤੌਰ 'ਤੇ ਆ ਜਾਂਦਾ ਹੌਲੀ ਹੌਲੀ। ਇਟ ਇਜ਼ ਅ ਸਪੈਸੀਫਿਕ ਟਾਈਪ ਆਫ ਬਿਹੇਵੀਅਰ ਫੋਰ ਵਿਚ ਵੀ ਹੈਵ ਟੂ ਮੇਕ ਐਫਰਟਸ। ਇਹ ਇੱਕ ਸਪੈਸੀਫਿਕ ਵਿਸ਼ੇਸ਼ ਜੋ ਹੈ ਟਾਈਪ ਹੈ ਬਿਹੇਵੀਅਰ ਦੀ, ਜਿਸ ਨੂੰ ਵਿਚ ਵੀ ਹੈਵ ਟੂ ਮੇਕ ਐਫਰਟਸ, ਜਿਸ ਨੂੰ ਆਪਾਂ ਨੇ ਐਫਰਟਸ ਕਰਕੇ ਲਿਆ ਜਾ ਸਕਦਾ ਹੈ। ਲੈਂਗੁਏਜ ਲਰਨਿੰਗ ਇਜ਼ ਐਨ ਐਕਟੀਵਿਟੀ। ਲੈਂਗੁਏਜ ਲਰਨਿੰਗ ਇਜ਼ ਐਨ ਐਕਟੀਵਿਟੀ। ਹਾਂਜੀ, ਇਹ ਸੀਟੈਟ ਔਰ ਰਿਪੀਟਡ ਲਈ ਤੁਹਾਡੇ ਲਈ ਲੈਣ ਮਹੱਤਵਪੂਰਨ ਹੈ। ਲੈਂਗੁਏਜ ਲਰਨਿੰਗ ਕੀ ਹੈ, ਇੱਕ ਐਕਟੀਵਿਟੀ ਹੈ। ਐਵੇਂ ਦੇ ਕੁਛ ਆ ਸਕਦੇ ਹਨ। ਐਂਡ ਇਟ ਹੈਜ਼ ਟੂ ਬੀ ਲਰਨਡ ਥਰੂ ਐਫਰਟਸ। ਅਤੇ ਜੋ ਇਹਨਾਂ ਨੂੰ ਐਫਰਟਸ ਰਾਹੀਂ ਲੈਂਗੁਏਜ ਨੂੰ ਆਪਾਂ ਸਿੱਖ ਸਕਦੇ ਹਾਂ, ਕੋਸ਼ਿਸ਼ਾਂ ਰਾਹੀਂ। ਸਪੋਜ਼ ਐਨ ਇੰਡੀਅਨ ਬੋਰਨ ਚਾਈਲਡ ਇਜ਼ ਪਲੇਸਡ ਇਨ ਐਨ ਐਨਵਾਇਰਮੈਂਟ ਵੇਅਰ ਆਲ ਅਰਾਊਂਡ ਓਨਲੀ ਇੰਗਲਿਸ਼ ਇਜ਼ ਸਪੋਕਨ। ਕਹਿੰਦੇ ਉਦਾਹਰਨ ਦੇ ਤੌਰ 'ਤੇ ਇੱਕ ਇੰਡੀਅਨ ਬੋਰਨ ਚਾਈਲਡ ਜੋ ਭਾਰਤੀ ਜੰਮਿਆ ਹੋਇਆ ਬੱਚਾ ਹੈ, ਉਹਦਾ ਜੋ ਪਲੇਸ ਹੈ ਐਨ ਇਨਵਾਇਰਮੈਂਟ ਵੇਅਰ ਆਲ ਅਰਾਊਂਡ ਓਨਲੀ ਇੰਗਲਿਸ਼ ਸਪੋਕਨ, ਉੱਥੇ ਸਾਰੇ ਇੰਗਲਿਸ਼ ਹੀ ਬੋਲਦੇ ਹਨ। ਦਾ ਚਾਈਲਡ ਵਿਲ ਬੀ ਏਬਲ ਟੂ ਅਕਵਾਇਰ ਇੰਗਲਿਸ਼ ਐਂਡ ਨੋਟ ਦਾ ਇੰਡੀਅਨ ਲੈਂਗੁਏਜ। ਅਤੇ ਜੋ ਚਾਈਲਡ ਹੈ ਉਹ ਜੀ ਹੌਲੀ ਹੌਲੀ ਅਕਵਾਇਰ ਕਰ ਲੂਗਾ ਇੰਗਲਿਸ਼ ਲੈਂਗੁਏਜ ਨੂੰ, ਏਬਲ ਹੋ ਜਾਊਗਾ ਉਹਦੇ। ਬਟ ਇੰਡੀਅਨ ਲੈਂਗੁਏਜ ਨੂੰ ਬਾਅਦ ਵਿੱਚ ਉਹ ਅਕਵਾਇਰ ਕਰਨ 'ਚ ਉਹਨੂੰ ਬਹੁਤ ਦਿੱਕਤ ਆਵੇਗੀ ਜਾਂ ਨਹੀਂ ਵੀ ਕਰ ਸਕਦਾ। ਹੀ ਲਰਨਸ ਦਾ ਲੈਂਗੁਏਜ ਬਾਈ ਇਮੀਟੇਸ਼ਨ ਐਂਡ ਪ੍ਰੈਕਟਿਸ ਫਰੋਮ ਦਾ ਸਰੈਂਡਰਿੰਗ ਇਨਵਾਇਰਮੈਂਟ। ਹਾਂਜੀ, ਕੀ ਕਹਿੰਦੇ ਆ, ਜੋ ਬੱਚਾ ਹੈ ਉਹ ਇਮੀਟੇਸ਼ਨ ਹੁੰਦੀ ਨਕਲ ਕਰਕੇ ਅਤੇ ਪ੍ਰੈਕਟਿਸ ਅਭਿਆਸ ਕਰਕੇ ਜੋ ਉਸਦੇ ਇਨਵਾਇਰਮੈਂਟ ਹੁੰਦਾ ਨੇੜੇ ਉਸ ਦੇ ਰਾਹੀਂ ਉਹ ਲੈਂਗੁਏਜ ਸਿੱਖਦਾ ਹੈ। ਇਟ ਇਜ਼ ਐਨ ਅਰਨਡ ਪ੍ਰੋਪਰਟੀ। ਇਹ ਜੋ ਹੈ ਜੀ ਇੱਕ ਪ੍ਰੋਪਰਟੀ ਹੈ ਜਿਸ ਨੂੰ ਕਮਾਇਆ ਜਾ ਸਕਦਾ ਲੈਂਗੁਏਜ ਨੂੰ। ਇਸ ਤਰ੍ਹਾਂ ਇਹਨਾਂ ਨੇ ਕਿਹਾ ਲੈਂਗੁਏਜ ਲਰਨਡ, ਲੈਂਗੁਏਜ ਜੋ ਹੈ ਸਿੱਖੀ ਜਾਂਦੀ ਹੈ, ਆਪਣੇ ਆਪ ਨਹੀਂ ਹੁੰਦੀ, ਅਤੇ ਇਸ ਨੂੰ ਸਿੱਖਣ ਲਈ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ। ਜੋ ਇਹ ਲਾਈਨ ਹੈ ਇਹ ਵੀ ਤੁਹਾਡੇ ਸੀਟੈਟ ਔਰ ਰਿਪੀਟਡ ਲਈ ਜ਼ਰੂਰੀ ਹੈ। ਇਹ ਚਾਈਲਡਹੁੱਡ ਵਿੱਚ ਵੀ ਆ ਸਕਦਾ ਵਾਲਾ ਕੁਐਸਚਨ ਮਨੋਵਿਗਿਆਨ 'ਚ। ਹੀ ਲਰਨ ਦਾ ਲੈਂਗੁਏਜ ਬਾਈ ਇਮੀਟੇਸ਼ਨ ਐਂਡ ਪ੍ਰੈਕਟਿਸ। ਐਂ ਪੁੱਛ ਸਕਦੇ ਜੀ ਬੱਚੇ ਲੈਂਗੁਏਜ ਕਿਸ ਤਰ੍ਹਾਂ ਸਿੱਖਦੇ ਹਨ, ਨਕਲ ਰਾਹੀਂ ਸਿੱਖਦੇ ਹਨ, ਇਮੀਟੇਸ਼ਨ ਰਾਹੀਂ ਔਰ ਪ੍ਰੈਕਟਿਸ ਰਾਹੀਂ। ਕੋਈ ਵੀ ਜਾਂ ਆਪਾਂ ਵੀ ਜਾਂ ਬੱਚੇ ਜ਼ਿਆਦਾਤਰ ਨਕਲ ਰਾਹੀਂ ਸਿੱਖਦੇ ਹਾਂ। ਆਪਾਂ ਹੁਣ ਜੇ ਸਿੱਖਣੀ ਹੋਵੇ ਕੋਈ ਲੈਂਗੁਏਜ ਤਾਂ ਆਪਾਂ ਪ੍ਰੈਕਟਿਸ ਰਾਹੀਂ ਸਿੱਖਾਂਗੇ। ਸੈਕਿੰਡ ਪੁਆਇੰਟ ਜੋ ਹੈ ਲੈਂਗੁਏਜ ਇਜ਼ ਏ ਸਿਸਟਮ। ਲੈਂਗੁਏਜ ਇਜ਼ ਏ ਯੂਨੀਕ ਸਿਸਟਮ ਲਾਈਕ ਦਾ ਸਿਸਟਮ ਆਫ ਹਿਊਮਨ ਬੋਡੀ। ਇਹਨਾਂ ਨੇ ਕਿਹਾ ਜੀ ਲੈਂਗੁਏਜ ਜੋ ਹੈ ਯੂਨੀਕ ਇੱਕ ਵਿਸ਼ੇਸ਼ ਸਿਸਟਮ ਹੈ ਲਾਈਕ ਦਾ ਸਿਸਟਮ ਆਫ ਹਿਊਮਨ ਬੋਡੀ, ਜਿਵੇਂ ਹਿਊਮਨ ਬੋਡੀ ਦਾ ਸਿਸਟਮ ਹੈ ਉਸੇ ਤਰ੍ਹਾਂ ਹੀ। ਜਸਟ ਐਜ਼ ਬੋਡੀ ਫੰਕਸ਼ਨਸ ਥਰੂ ਡਿਫਰੈਂਟ ਔਰਗਨਸ ਸੱਚ ਐਜ਼ ਹਾਰਟ ਲੰਗਸ ਬ੍ਰੇਨ। ਇਹਨਾਂ ਨੇ ਕਿਹਾ ਜਿਵੇਂ ਬੋਡੀ ਵਿੱਚ ਡਿਫਰੈਂਟ ਔਰਗਨ ਹੁੰਦੇ ਹਨ, ਅੰਗ ਹੁੰਦੇ ਹਨ, ਜਿਵੇਂ ਹਾਰਟ ਦਿਲ ਹੁੰਦਾ ਹੈ, ਲੰਗਸ ਫੇਫੜੇ, ਬ੍ਰੇਨ ਦਿਮਾਗ ਹੁੰਦਾ ਹੈ। ਇਨ ਦਾ ਸੇਮ ਵੇ ਲੈਂਗੁਏਜ ਫੰਕਸ਼ਨ ਥਰੂ ਸਾਊਂਡਸ ਵਰਡਸ ਐਂਡ ਸਟਰਕਚਰ। ਅਤੇ ਇਹਨਾਂ ਨੇ ਕਿਹਾ ਲੈਂਗੁਏਜ ਵਿੱਚ ਵੀ ਆਪਣੇ ਫੰਕਸ਼ਨ ਹੁੰਦੇ ਹਨ ਜਿਨ੍ਹਾਂ ਨੂੰ ਆਪਾਂ ਸਾਊਂਡ ਕਹਿੰਦੇ ਹਾਂ, ਵਰਡਸ ਕਹਿੰਦੇ ਹਾਂ ਅਤੇ ਸਟਰਕਚਰ ਕਹਿੰਦੇ ਹਾਂ। ਇਨ ਦਾ ਫੰਕਸ਼ਨਿੰਗ ਆਫ ਹਿਊਮਨ ਬੋਡੀ, ਜੇ ਕਹਿੰਦੇ ਹਿਊਮਨ ਬੋਡੀ ਦੀ ਫੰਕਸ਼ਨਿੰਗ ਵਿੱਚ ਵੀ ਨਾਓ ਡੈਟ ਡਿਫਰੈਂਟ ਔਰਗਨਸ ਆਰ ਆਫ ਇਕੁਅਲ ਇੰਪੋਰਟੈਂਸ। ਵੀ ਆਪਾਂ ਜਾਣਦੇ ਹਾਂ ਕਿ ਜੋ ਡਿਫਰੈਂਟ ਔਰਗਨਸ ਹੈ ਉਹਨਾਂ ਦੀ ਇਕੁਅਲ ਇੰਪੋਰਟੈਂਸ ਹੁੰਦੀ ਹੈ, ਸਾਰੇ ਇੱਕ ਰੂਪ ਵਿੱਚ ਮਹੱਤਵਪੂਰਨ ਹੁੰਦੇ ਹਨ। ਜੇਕਰ ਦਿਲ ਹੈ ਤਾਂ ਉਸਦੀ ਆਪਣੀ ਮਹੱਤਤਾ ਹੈ, ਜੋ ਕੰਮ ਕਰਨਾ ਬੰਦ ਕਰ ਦੇਗਾ ਤਾਂ ਆਪਾਂ ਮਰ ਜਾਵਾਂਗੇ। ਦਿਮਾਗ ਦੀ ਆਪਣੀ ਮਹੱਤਤਾ ਹੈ। ਇਸੇ ਤਰ੍ਹਾਂ ਕਹਿੰਦੇ ਇਨ ਦਾ ਸੇਮ ਵੇ, ਇਸੇ ਤਰ੍ਹਾਂ
लैंग्वेज वैदर इंग्लिश और एनी अदर लैंग्वेज, कहते लैंग्वेज कोई भी हो सकती, इंग्लिश और एनी अदर दूसरी कोई, कैन नॉट फंक्शन विदाउट इट्स वैरीअस एस्पैक्ट्स, ये काम नहीं कर सकती इहदे वैरीअस एक्सपैक्ट तो बिना। सपोज वी वांट टू स्पीक समथिंग, आप कुछ भी बोलना चाहुंदे हाँ, फॉर दिस वी शैल हैव टू मेक यूज़ ऑफ वोकैबरली, तो सानू अपनी वोकैबरली बारे पता होना चाहिए यूज़ करने बारे। द साउंड्स एंड सम सेंटेंस पैटर्नर, सानू उन्होंने साउंड्स बारे पता होना चाहिए तो सेंटेंस पैटर्नर बारे पता होना चाहिए जी। हाँ जी, थर्ड पॉइंट जो अपना है, इंग्लिश इज़ ए सिस्टम ऑफ सिस्टम्स, लैंग्वेज इज़ ए सिस्टम, लैंग्वेज एक की है सिस्टम है। डैट सिस्टम इनवॉल्व्स साउंड्स, फोनोलॉजी, वर्ड्स, मॉर्फोलॉजी एंड स्ट्रक्चर, सेंटैक्स कहते हैं उसनों। हाँ जी, जो भी ये सिस्टम है, तीन इहदे विच चीज़ां होंदियां ने, साउंड्स, वर्ड्स एंड स्ट्रक्चर। जस्ट एज ह्यूमन बॉडी, जिस तरह ह्यूमन बॉडी विच हुंदे आ, एज ए ब्लड सर्कुलेशन हुंदा है सिस्टम, ए नर्वस सिस्टम हुंदा है एंड ए बोन स्ट्रक्चर हुंदा है। इन द सेम वे लैंग्वेज विच भी की हुंदा है, वैदर इंग्लिश और एनी अदर लैंग्वेज हैज़ इट्स थ्री मेन सिस्टम्स, साउंड्स, स्ट्रक्चर्स एंड वोकैबरली। द बॉडी कैन नॉट फंक्शन properly without the nerves, the blood or the bones. If any one of this system fails to operate, the operation of the body as a whole will stop. हाँ जी, जे कहते इन्होंने तिना विचों कोई एक ही ऑपरेट करना बंद कर दे तो पूरी बॉडी जो है स्टॉप कर दोगी वर्क करना, ऑपरेशन करना। सेम इज़ ट्रू विद द लैंग्वेज, इफ एनी वन ऑफ द थ्री सिस्टम फाल टू ऑपरेट इंडिविजुअली, द लैंग्वेज ए परसन इज स्पीकिंग वैदर इंग्लिश और एनी अदर विल नॉट बी करैक्ट। इहदे तरह ही कहते जे तिना विचों कोई एक पार्ट भी लैंग्वेज काम करना बंद कर दे तो जो भी वो इंग्लिश या दूसरी लैंग्वेज बोल रहा है एनी अदर विल बी नॉट करैक्ट, वो करैक्ट नहीं होगी, सही नहीं होगी। फोर्थ जो पॉइंट है, लैंग्वेज इज़ ए सिस्टम ऑफ सिंबल्स, डिफरेंट वर्ड्स यूज्ड इन लैंग्वेज आर द सिंबल्स, जो भी वर्ड अपने चिन्ह कह सकते हैं ABC के जो 26 एल्फाबेट हैं उन्होंने ही सिंबल क्या है। द लैंग्वेज विल बी फंक्शन विल इफ इट्स सिंबल्स आर नाउन बोथ टू द स्पीकर एंड द लिसनर। लैंग्वेज जो है द फंक्शन उदों ही काम करती है, इट्स सिंबल जो इसके सिंबल की हैं नाउन होंदे हैं, चंगी तरह पता होंदे हैं किनू, स्पीकर नूं ते लिसनर दोवां नूं। द लैंग्वेज विल फंक्शन थ्रू द सिंबल्स इफ मीनिंग आर अटैच्ड टू दैम। लैंग्वेज विल बी फंक्शन थ्रू द सिंबल्स, जेकर मीनिंग उन्हां दा अटैच्ड होवे, दैम नाल बनदा होवे। फॉर एग्जाम्पल द वर्ड कप, जिंदे विच 3 सिंबल CUP, हैज़ 3 साउंड्स KAP। इट इज़ ए सिंबल ऑफ इंग्लिश बिकॉज द परसन हु इट use it have given it a meaning, but if we take up the same 3 sounds like PAK, they do not punch, but that is not a symbol of English language as no meaning has been attached to this by the persons using the language। हाँ जी, इस तो बाद 5 पॉइंट जो अपना सिंबल्स ऑफ लैंग्वेज आर एरबिट्रेटरी होंदा रवायती जो पुराना चलिया आ रहा। हेयर बाय द एरबिट्री सिंबल्स we mean that there is no visual relationship between the language item and the object for which it stands। ਇਹਦੇ ਵਿੱਚ ਮਤਲਬ ਕੋਈ ਵੀ ਰਿਲੇਸ਼ਨਸ਼ਿਪ ਨਹੀਂ ਹੈ ਜਦੋਂ ਆਪਾਂ ਬੋਲਦੇ ਹਾਂ ਤੇ ਜੋ ਵੀ ਆਬਜੈਕਟ ਆਪਾਂ ਨੂੰ ਇਹਦੇ ਲਈ ਦਿਖਾਇਆ ਜਾ ਸਕਦਾ, ਜਿਵੇਂ ਆਪਾਂ A ਨੂੰ ਬੋਲਦੇ ਹਾਂ, ਇਹ ਕਿਉਂ ਬੋਲਦੇ ਇਸ ਬਾਰੇ ਆਪਾਂ ਨੂੰ ਪਤਾ ਨਹੀਂ। ਇਹ ਮੈਨ ਇਜ਼ ਕਾਲਡ ਮੈਨ ਟ੍ਰੈਡੀਸ਼ਨਲੀ, ਇਹ ਜੋ ਪੁਰਾਣੇ ਤੌਰ 'ਤੇ ਇਹ ਚੱਲਿਆ ਆ ਰਿਹਾ। ਇਨ ਇੰਗਲਿਸ਼ ਵੀ ਸੇ ਮੈਨ, ਇਨ ਹਿੰਦੀ ਵੀ ਸੇ ਮਨੁਸ਼ਯ एंड इन पंजाबी वही से मनुख। इस तरह इंग्लिश विच वही से एक बंदे मैन नूं मैन कहने, हिंदी विच मनुष्य कहने, ते पंजाबी विच की कहने, मनुख कहने। नन ऑफ दैम इज़ बैटर दैन द अदर, कोई भी एक दूजे तो वधिया नहीं है। इन फैक्ट वी कॉल ए मैन मैन बिकॉज पीपल हैव एग्रीड टू यूज़ इट इन डैट सेंस। आप तां ही कह सकते हैं जेकर पीपल एग्री करते हैं, सारे जने मानते हैं इस सेंस विच। 6 पॉइंट जो है, सिंबल्स ऑफ लैंग्वेज आर वोकॉल, डिफरेंट सिंबल्स यूज्ड इन लैंग्वेज आर वोकॉल। इन लैंग्वेज द सिस्टम आर प्रोड्यूसड थ्रू वोकॉल ऑर्गनस, वोकॉल होंदे हैं जो आवाज़ वाले ऑर्गन अंग। द प्राइमरी फॉर्म ऑफ लैंग्वेज इन इज़ स्पीच, जो भी प्राइमरी फॉर्म है, पहली फॉर्म की है स्पीच है, बोलन दी। बट आल द साउंड्स प्रोड्यूसड बाय द ह्यूमन वोकॉल organs cannot be included in linguistic symbol।
हाँ जी, बट जो भी साउंड्स जो है वो ह्यूमन वोकल द्वारा बोले जाते हैं। कैन नाट बी इनकलूड इन लैंग्वेजिस्ट सिंबल, वो लैंग्वेजिस्ट सिंबल ਵਿੱਚ ਵਰਤੇ ਨਹੀਂ ਆਉਂਦੇ, ਜਿਵੇਂ ABC ਤਾਂ ਵਰਤੇ ਜਾਂਦੇ ਆ। ਇਸ ਤੋਂ ਇਲਾਵਾ ਵੀ ਕਈ ਹੋਰ ਸਾਊਂਡ ਹਨ ਜੋ ਮਨੁੱਖੀ ਔਰਗਨ ਦੁਆਰਾ ਚੀਕਾਂ ਵੀ ਹੁੰਦੀਆਂ ਹਨ, ਬੋਲੀਆਂ ਜਾਂਦੀਆਂ ਹਨ ਚੀਕਾਂ ਜਾਂ ਕੋਈ ਵੀ ਹੱਸਣ ਵਾਲਾ। ਫੋਰ ਐਗਜ਼ਾਮਪਲ ਸਨੀਜ਼, ਕਫ, ਖੰਘ ਹੋ ਗਿਆ, ਹੈਵ ਨੋ ਸਿੰਬੋਲਿਕ ਵੈਲਿਊ, ਇਹਨਾਂ ਦੀ ਕੋਈ ਸਿੰਬੋਲਿਕ ਵੈਲਿਊ ਨਹੀਂ ਹੈ। ਲੈਂਗੁਏਜ ਇਜ਼ ਯੂਨੀਕ, ਲੈਂਗੁਏਜ ਕੀ ਹੈ, ਯੂਨੀਕ ਹੈ। ਐਵਰੀ ਲੈਂਗੁਏਜ ਇਜ਼ ਯੂਨੀਕ ਇਨ ਇਟਸ ਓਵਨ ਵੇ, ਇਟ ਹੈਜ਼ ਇਟਸ ਓਵਨ ਸਟਾਈਲ ਔਰ ਫੰਕਸ਼ਨਿੰਗ। The sound, vocabulary and structure of every language have their own specificity। ਲੈਂਗੁਏਜ ਕੀ ਹੈ, ਐਵਰੀ ਲੈਂਗੁਏਜ ਯੂਨੀਕ ਹੈ ਇਨ ਇਟਸ ਓਵਨ ਵੇ, ਆਪਦੇ ਤਰੀਕੇ ਵਿੱਚ ਹੀ। ਇਟ ਹੈਜ਼ ਇਟਸ ਓਵਨ ਸਟਾਈਲ ਆਫ ਫੰਕਸ਼ਨਿੰਗ, ਇਹਨਾਂ ਦਾ ਆਪਣਾ ਹੀ ਕੰਮ ਕਰਨ ਦਾ ਸਟਾਈਲ ਹੁੰਦਾ ਹਰੇਕ ਲੈਂਗੁਏਜ ਦਾ। ਦ ਸਾਊਂਡ, ਵੋਕੈਬਲਰੀ ਐਂਡ ਸਟਰਕਚਰ ਆਫ ਐਵਰੀ ਲੈਂਗੁਏਜ ਹੈਵ ਦੇਅਰ ਓਵਨ ਸਪੈਸ਼ਲਿਟੀ। ਹਰੇਕ ਜੋ ਵੀ ਸਾਊਂਡ ਵੋਕੈਬਲਰੀ ਹੈ ਹਰੇਕ ਲੈਂਗੁਏਜ ਦੀ, ਉਹ ਅਲੱਗ-ਅਲੱਗ ਉਹਨਾਂ ਦੀ ਸਪੈਸ਼ਲਿਟੀ ਹੈ। ਵੀ ਕੈਨ ਨਾਟ ਕੰਪੇਅਰ ਐਨੀ ਵਨ ਲੈਂਗੁਏਜ ਵਿਦ ਦਾ ਅਦਰ, ਕੋਈ ਆਪਾਂ ਇੱਕ ਲੈਂਗੁਏਜ ਨੂੰ ਦੂਸਰੀ ਲੈਂਗੁਏਜ ਦੇ ਦੁਆਰਾ ਨਹੀਂ ਆਪਾਂ ਕੰਪੇਅਰ ਕਰ ਸਕਦੇ। ਵੀ ਕੈਨ ਨੈਵਰ ਸੇ ਡੈਟ ਵਨ ਲੈਂਗੁਏਜ ਇਜ਼ ਬੈਟਰ ਦੈਨ ਦਾ ਅਦਰ, ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਲੈਂਗੁਏਜ ਬੈਟਰ ਹੈ ਦੂਸਰੀ ਲੈਂਗੁਏਜ ਨਾਲੋਂ। ਐਵਰੀ ਲੈਂਗੁਏਜ ਗਰੋਜ਼ ਐਂਡ ਡਿਵੈਲਪ ਇਨ ਇਟਸ ਓਵਨ ਕਲਚਰਲ ਬੈਕਗਰਾਊਂਡ, ਹਰ ਕੋਈ ਲੈਂਗੁਏਜ ਜੋ ਹੈ ਉਹ ਉਹਨੇ ਵਾਧਾ ਆਪਦਾ ਕੀਤਾ, ਗਰੋਜ਼ ਐਂਡ ਡਿਵੈਲਪ ਵਿਕਾਸ ਕੀਤਾ ਹੈ, ਇਨ ਇਟਸ ਓਵਨ ਕਲਚਰਲ ਬੈਕਗਰਾਊਂਡ। ਇਸ ਦੇ ਨਾਲ ਹੀ ਆਪਣੀ ਜੀ ETT ਦੀ ਇਹ ਫਸਟ ਕਲਾਸ ਆਪਣੀ ਪੂਰੀ ਹੁੰਦੀ ਹੈ, 3rd ਕਲਾਸ ETT ਫਸਟ ਈਅਰ ਦੀ। ਇਹਦੇ 'ਚ ਆਪਾਂ ਕੀ ਕੀਤਾ ਤੁਸੀਂ ਦੇਖ ਲਓ। ਸਭ ਤੋਂ ਆਪਾਂ ਪਹਿਲਾਂ ਹੀ ਇੰਟਰੋਡਕਸ਼ਨ ਕੀਤੀ ਸੀ ਲੈਂਗੁਏਜ ਬਾਰੇ। ਲੈਂਗੁਏਜ ਕੀ ਹੈਗਾ, ਲੈਂਗੁਏਜ ਇਹ ਮੀਨਸ ਆਫ ਕਮਿਊਨੀਕੇਸ਼ਨ ਥਰੂ ਫੀਲਿੰਗ। ਲੈਂਗੁਏਜ ਇੱਕ ਮੀਨਸ ਹੈ, ਸਾਧਨ ਹੈ ਕਮਿਊਨੀਕੇਸ਼ਨ ਦਾ, ਸੰਚਾਰ ਦਾ, ਕਿਵੇਂ ਫੀਲਿੰਗ ਰਾਹੀਂ, ਇਨਫੋਰਮੇਸ਼ਨ ਰਾਹੀਂ, ਐਕਸਪੀਰੀਅੰਸ ਰਾਹੀਂ ਇੱਕ ਦੂਜੇ ਨੂੰ ਬੋਲ ਕੇ ਦੱਸਣ ਵਾਲਾ। ਉਸ ਤੋਂ ਬਾਅਦ 2 ਆਪਾਂ ਜੋ ਡੈਫੀਨੇਸ਼ਨਾਂ ਇਹਦੇ 'ਚ ਕੀਤੀਆਂ ਸੀ, ਆਕਸਫੋਰਡ ਦੀ ਕੀਤੀ ਸੀ ਅਤੇ ਐਲਨ ਦੀ ਕੀਤੀ ਸੀ, ਲੈਂਗੁਏਜ ਇਜ਼ ਏ ਮੀਨਸ ਆਫ ਕਮਿਊਨੀਕੇਟਡ ਥੋਟਸ ਵਾਲੀ। ਅਤੇ ਨੇਚਰ ਆਫ ਲੈਂਗੁਏਜ ਕੀਤਾ ਹੈ, 3 ਨੰਬਰ 'ਚ ਆ ਸਕਦਾ ਜੀ। ਕਿਹੜੇ ਪੁਆਇੰਟਸ ਹਨ, ਲੈਂਗੁਏਜ ਲਰਨਡ, ਲੈਂਗੁਏਜ ਜੋ ਹੈ ਸਿੱਖੀ ਜਾ ਸਕਦੀ ਹੈ, ਬਿਹੇਵੀਅਰ ਹੈ ਇਹ ਆਪਣੇ ਆਪ ਨਹੀਂ ਆਉਂਦੀ, ਐਫਰਟਸ ਕਰਕੇ ਸਿੱਖੀ ਜਾਂਦੀ ਹੈ। ਲੈਂਗੁਏਜ ਇਹ ਸਿਸਟਮ, ਲੈਂਗੁਏਜ ਕੀ ਹੈ, ਸਿਸਟਮ ਹੈ। ਜਿਸ ਤਰ੍ਹਾਂ ਹਿਊਮਨ ਬੋਡੀ ਦੇ 3 ਸਿਸਟਮ ਹੁੰਦੇ ਹਨ, ਉਸੇ ਤਰ੍ਹਾਂ ਹੀ ਲੈਂਗੁਏਜ ਦੇ ਵੀ 3 ਸਿਸਟਮ ਹੁੰਦੇ ਹਨ। ਲੈਂਗੁਏਜ ਇਹ ਸਿਸਟਮ ਆਫ ਸਿਸਟਮ, ਇਹ ਸਿਸਟਮ ਹੈ ਅਤੇ ਸਿਸਟਮ ਦਾ ਹੀ ਦੇਖ ਲਓ ਤੁਸੀਂ ਕਿਵੇਂ ਸਿਸਟਮ ਇਹਦਾ। ਇਹਦੇ 3 ਸਿਸਟਮ ਸਾਊਂਡਸ ਹੁੰਦੇ ਹਨ, ਜਿਹਨੂੰ ਫੋਨੋਲੋਜੀ, ਵਰਡਸ, ਮੋਰਫੋਲੋਜੀ ਐਂਡ ਸਟਰਕਚਰ, ਸੈਂਟਿਕਸ ਨੂੰ ਕਿਹਾ ਗਿਆ। ਇਸ ਤੋਂ ਇਲਾਵਾ ਲੈਂਗੁਏਜ ਇਜ਼ ਏ ਸਿਸਟਮ ਆਫ ਸਿੰਬਲਸ, ਸਿੰਬਲਸ ਜੋ ABC ਵਰਤੇ ਜਾਂਦੇ ਉਹਨਾਂ ਨੂੰ ਕਿਹਾ ਗਿਆ। ਸਿੰਬਲਸ ਆਫ ਲੈਂਗੁਏਜ ਆਰ ਆਰਬਿਟਰੇਟਰੀ, ਇਹ ਪੁਰਾਣੇ ਹਨ, ਰਵਾਇਤੀ ਹਨ। ਸਿੰਬਲਸ ਆਫ ਲੈਂਗੁਏਜ ਆਰ ਵੋਕਲ, ਵੋਕਾਲ ਹੁੰਦੇ ਜਾਂ ਬੋਲੇ ਜਾਣ ਵਾਲੇ, ਇਹ ਵੋਕਲ ਔਰਗਨਸ ਦੁਆਰਾ ਬੋਲੇ ਜਾਂਦੇ ਹਨ। ਲੈਂਗੁਏਜ ਇਜ਼ ਯੂਨੀਕ, ਐਵਰੀ ਲੈਂਗੁਏਜ ਇਜ਼ ਯੂਨੀਕ ਇਨ ਇਟਸ ਓਵਨ ਵੇ, ਇਟ ਹੈਜ਼ ਇਟਸ ਓਵਨ ਸਟਾਈਲ ਆਫ ਫੰਕਸ਼ਨਿੰਗ, ਦਾ ਸਾਊਂਡ, ਵੋਕੈਬਲਰੀ ਦੇਖ ਲਓ ਤੁਸੀਂ। ਅਤੇ ਲਾਸਟ ਵਾਲਾ ਇੱਕ ਰਹਿ ਗਿਆ ਸੀ, ਲੈਂਗੁਏਜ ਇਜ਼ ਏ ਸਕਿੱਲ ਸਬਜੈਕਟ, ਲੈਂਗੁਏਜ ਕੀ ਇੱਕ ਸਕਿੱਲ ਸਬਜੈਕਟ ਹੈ। ਲਰਨਿੰਗ ਆਫ ਲੈਂਗੁਏਜ ਵੈਦਰ ਇੰਗਲਿਸ਼ ਔਰ ਐਨੀ ਅਦਰ ਲੈਂਗੁਏਜ ਇਜ਼ ਏ ਸਕਿੱਲ ਸਬਜੈਕਟ, ਇਹਨਾਂ ਨੂੰ ਸਿੱਖਿਆ ਜਾ ਸਕਦਾ ਹੈ। ਇਟ ਸ਼ੁੱਡ ਬੀ ਲਰਨਡ ਲਾਈਕ ਏ ਸਕਿੱਲ, ਦੇਅਰ ਇਜ਼ ਨੀਡ ਆਫ ਲੋਟ ਰਿਪੀਟੇਸ਼ਨ ਇਨ ਸਪੀਕਿੰਗ ਵਿੱਚ ਹੀ ਵਾਰ ਆਪਾਂ ਨੂੰ ਕੋਸ਼ਿਸ਼ ਕਰਨ ਦੀ ਲੋੜ ਹੈ। ਰੀਡਿੰਗ ਔਰ ਰਾਈਟਿੰਗ ਆਫ ਲੈਂਗੁਏਜ ਵਿੱਚ ਵੀ, then everything becomes so automatically that one can speak the language, read, write it without making strenuous efforts। ਕੋਈ ਵੀ ਜੋ ਹੈ ਇੰਗਲਿਸ਼ ਜਾਂ ਕੋਈ ਵੀ ਲੈਂਗੁਏਜ ਸਿੱਖਣਾ ਚਾਹੁੰਦਾ ਹੈ ਉਸਨੂੰ ਐਫਰਟਸ ਕਰਨੇ ਪੈਂਦੇ ਹਨ, ਨਹੀਂ ਆਟੋਮੈਟਿਕਲੀ ਨਹੀਂ ਆਉਂਦੀ। ਇਟ ਇਜ਼ ਅ ਸਕਿੱਲ ਲਾਈਕ ਸਵੀਮਿੰਗ, ਸਿੰਗਿੰਗ, ਡਾਂਸਿੰਗ, ਇਹ ਵੀ ਇੱਕ ਸਕਿੱਲ ਹੈ ਜਿਵੇਂ ਸਵੀਮਿੰਗ ਹੁੰਦੀ ਹੈ, ਡਾਂਸਿੰਗ ਹੈ, ਸਿੰਗਿੰਗ ਹੈ। ਆਲ ਦੀ ਸਕਿੱਲਸ ਕੈਨ ਬੀ ਲਰਨਡ ਥਰੂ ਪ੍ਰੈਕਟਿਸ, ਇਹ ਜੋ ਸਕਿੱਲਸ ਹਨ ਪ੍ਰੈਕਟਿਸ ਰਾਹੀਂ ਸਿੱਖੀਆਂ ਜਾ ਸਕਦੀਆਂ ਹਨ। ਹਾਂਜੀ, ਇਸ ਦੇ ਨਾਲ ਹੀ ETT ਫਸਟ ਈਅਰ ਦੀ ਆਪਣੀ 3rd ਕਲਾਸ ਜੋ ਹੈ ਪੂਰੀ ਹੁੰਦੀ ਹੈ ਇੱਥੇ ਹੀ। ਇਸ ਤੋਂ ਬਾਅਦ ਆਪਣੀਆਂ ਲਗਾਤਾਰ ਕਲਾਸਿਸ ਆਉਣਗੀਆਂ। ਅਗਰ ਤੁਸੀਂ ETT ਫਸਟ ਔਰ 2nd ਈਅਰ ਦੇ ਸਟੂਡੈਂਟ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਇੱਥੇ ਤੁਹਾਨੂੰ ਹਰੇਕ ਸਬਜੈਕਟ ਦੀ ETT ਫਸਟ ਔਰ 2nd ਈਅਰ ਦੀਆਂ ਵੀਡੀਓ ਕਲਾਸਿਸ ਮਿਲ ਜਾਣਗੀਆਂ। ਹਾਂਜੀ, ਲਾਈਕ ਔਰ ਸ਼ੇਅਰ ਤਾਂ ਤੁਸੀਂ ਕਰਨਾ ਹੀ ਨਹੀਂ, ਪਤਾ ਹੀ ਹੈ ਤੁਹਾਡਾ। ਠੀਕ ਹੈ, ਥੈਂਕ ਯੂ, ਓਕੇ।